ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੱਲ ਸ਼ਾਮੀ ਜਿਹੜੇ ਐਗਜ਼ਿਟ ਪੋਲ ਆਏ ਨੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਭੁਚਾਲ ਆ ਚੁੱਕਿਆ, ਕਿਉਂਕਿ ਉਹ ਐਗਜ਼ਿਟ ਪੋਲ ਹੀ ਇਹੋ ਜਿਹੇ ਸੀ ਕਿ ਸਾਰੇ ਐਗਜ਼ਿਟ ਪੋਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਜਿਹੜੀ ਹੈ ਮਿਲਦੀ ਦਿਖਾਈ ਦੇ ਰਹੀ ਹੈ। ਸਿਰਫ ਬਹੁਮਤ ਹੀ ਨਹੀਂ ਸਗੋਂ ਭਾਰੀ ਬਹੁਮਤ ਮਿਲਦੀ ਦਿਖਾਈ ਦੇ ਰਹੀ ਹੈ। ਜਿੱਥੇ ਆਮ ਆਦਮੀ ਪਾਰਟੀ ਇਹਦੇ ਵਿੱਚ ਖੁਸ਼ੀ ਜਤਾ ਰਹੀ ਹੈ ਤੇ ਦਾਅਵਾ ਕਰ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸਾਡੀ ਸਰਕਾਰ ਬਣੂ, ਤਾਂ ਉੱਥੇ ਵੱਖ-ਵੱਖ ਪਾਰਟੀਆਂ ਇਹਨਾਂ ਜਿਹੜੇ ਐਗਜ਼ਿਟ ਪੋਲ ਦੇ ਉੱਪਰ ਵਿਸ਼ਵਾਸ ਨਾ ਕਰਨ ਦੀ ਗੱਲ ਕਹਿੰਦੇ ਨੇ। ਉਹ ਕਹਿ ਰਹੇ ਨੇ ਕਿ ਰਿਜ਼ਲਟ 10 ਮਾਰਚ ਨੂੰ ਇਸ ਦੇ ਬਿਲਕੁਲ ਉਲਟ ਆਊਗਾ। ਗੱਲਬਾਤ ਕਰਾਂਗੇ ਕਿ ਇਹ ਐਗਜ਼ਿਟ ਪੋਲ ਕਿੰਨੇ ਕੁ ਸੱਚੇ, ਕਿੰਨੇ ਕੁ ਇਹਨਾਂ ਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ, ਕਿੰਨੇ ਕੁ ਲੋਕਾਂ ਦੀਆਂ ਜਾਂ ਜਿਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ ਐਗਜ਼ਿਟ ਪੋਲ ਕਿ ਉਸੇ ਤਰੀਕੇ ਦੇ ਰਿਜ਼ਲਟ ਆਉਣਗੇ ਕਿ ਲੋਕ ਭਰੋਸਾ ਇਹਨਾਂ ਐਗਜ਼ਿਟ ਪੋਲਾਂ ਤੇ ਕਰਨ, ਜਾਂ ਫਿਰ ਫਾਈਨਲ ਰਿਜ਼ਲਟ ਜਿਹੜਾ ਉਹ 10 ਮਾਰਚ ਨੂੰ ਕੁਝ ਹੋਰ ਹੋਊਗਾ। ਐਗਜ਼ਿਟ ਪੋਲਾਂ ਤੇ ਕਿਵੇਂ ਭਰੋਸਾ ਕੀਤਾ ਜਾਵੇ, ਜੇ ਕੀਤਾ ਜਾਵੇ ਤਾਂ ਕਿਉਂ ਕੀਤਾ ਜਾਵੇ, ਜੇ ਨਹੀਂ ਕੀਤਾ ਜਾ ਸਕਦਾ ਤਾਂ ਕਿਉਂ ਨਹੀਂ ਕੀਤਾ ਜਾ ਸਕਦਾ। ਇਸ ਤੇ ਗੱਲਬਾਤ ਕਰਾਂਗੇ ਕਿ ਰਾਤ ਵਾਲੇ ਐਗਜ਼ਿਟ ਪੋਲ ਜਿਹਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਰਹਿੰਦੀ ਹੈ ਕਿੰਨੇ ਕੁ ਸਹੀ ਨੇ, ਕਿੰਨੇ ਕੁ ਸੱਚਾਈ ਦੇ ਨੇੜੇ ਨੇ। ਇਸ ਤੇ ਗੱਲਬਾਤ ਕਰਾਂਗੇ। ਨਾਲ ਗੱਲਬਾਤ ਨਵਜੋਤ ਸਿੰਘ ਸਿੱਧੂ ਨੇ ਵੀ ਚੁੱਪੀ ਤੋੜ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਕੱਲ ਬਾਹਰ ਆਏ ਨੇ, ਮੀਟਿੰਗ ਕੀਤੀ ਹੈ। ਕਿਹਦੇ ਨਾਲ ਉਹ ਮੀਟਿੰਗ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ, ਕੀ ਕੁਝ ਗੱਲਬਾਤ ਉਸ ਮੀਟਿੰਗ ਦੇ ਵਿੱਚ ਹੋਈ ਹੈ ਤੇ ਆਪਣੀ ਜਿੱਤ ਨੂੰ ਲੈ ਕੇ ਕੀ ਕੁਝ ਗੱਲਬਾਤ ਕੀਤੀ ਨਵਜੋਤ ਸਿੰਘ ਸਿੱਧੂ ਨੇ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਰਾਜਨੀਤਿਕ ਮਾਹਰ ਦੇ ਤੌਰ ਤੇ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ, ਸ਼ੁਰੂਆਤ ਆਪਾਂ ਐਗਜ਼ਿਟ ਪੋਲਾਂ ਤੋਂ ਹੀ ਕਰੀਏ, ਕਿਉਂਕਿ ਜਦੋਂ ਤੋਂ ਐਗਜ਼ਿਟ ਪੋਲ ਸਾਹਮਣੇ ਆਏ ਨੇ ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਕੱਲ ਦਾ ਸੋਸ਼ਲ ਮੀਡੀਆ ਤੇ ਹੋਵੇ, ਆਮ ਚਰਚਾ ਹੋਵੇ, ਫੋਨ ਮੋਬਾਈਲ ਮੈਸੇਜ ਤੇ ਹੋਵੇ, ਇੱਕੋ ਹੀ ਗੱਲ ਹੈ ਕਿ ਜਿਹੜੀ ਐਗਜ਼ਿਟ ਪੋਲ ਜਿਹੜੀ ਹੈਗੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਤਾਂ ਬਣ ਹੀ ਰਹੀ ਹੈ, ਉਹ ਵੀ ਭਾਰੀ ਬਹੁਮਤ ਦੇ ਨਾਲ। ਕਈ ਐਗਜ਼ਿਟ ਪੋਲ ਦੇ ਵਿੱਚ ਤਾਂ 100 ਸੀਟਾਂ ਤੱਕ ਦਿੱਤੀਆਂ ਗਈਆਂ ਨੇ। ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਰਾਤੀ ਦਿਖਾਉਂਦੇ ਰਹੇ ਹਾਂ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜੇ ਸੰਭਵ ਹੋਵੇ ਤਾਂ ਰਾਤ ਵਾਲੇ ਜਿਹੜੇ ਐਗਜ਼ਿਟ ਪੋਲ ਨੇ ਉਹ ਆਪਣੇ ਦਰਸ਼ਕਾਂ ਨੂੰ ਜਿਹੜੇ ਆ ਉਹ ਜ਼ਰੂਰ ਦਿਖਾਏ ਜਾਣ। ਥੋੜੀ ਦੇਰ ਤੱਕ ਨਾਲ ਦੀ ਨਾਲ ਦਿਖਾ ਦੇਣ, ਜਦੋਂ ਵੀ ਤੁਸੀਂ ਰੈਡੀ ਹੋ ਕਰ ਲਵੋ ਤੇ ਦਿਖਾਉਣ ਐਗਜ਼ਿਟ ਪੋਲ ਰਾਤ ਕਿਹੋ ਜਿਹੀ ਆਏ ਸੀ ਤੇ ਕਿਹੋ ਜਿਹੀ ਬਹੁਮਤ ਮਿਲਦੀ ਦਿਖਾਈ ਦੇ ਰਹੀ ਹੈ। ਤਾਂ ਲੋਕਾਂ ਦੇ ਵਿੱਚ ਡਾਕਟਰ ਸਾਹਿਬ ਚਰਚਾ ਹੈ ਕਿ ਇਹ ਐਗਜ਼ਿਟ ਪੋਲ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਵਿੱਚ ਵਿਚਾਲੇ ਵਾਲੇ ਨੇ, ਉਹ ਤਾਂ ਇਸ ਗੱਲ ਤੇ ਭਰੋਸਾ ਕਰ ਰਹੇ ਨੇ ਕਿ ਵਾਕਈ ਇਹ ਐਗਜ਼ਿਟ ਪੋਲ ਸਹੀ ਨੇ। ਪਰ ਜਿੱਥੇ ਦੂਜੀਆਂ ਪਾਰਟੀਆਂ ਦੇ ਸਮਰਥਕ ਨੇ ਜਾਂ ਲੀਡਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਰਿਜ਼ਲਟ ਇਹਦੇ ਬਿਲਕੁਲ ਉਲਟ ਆਊਗਾ। ਹੁਣ ਲੋਕਾਂ ਦੇ ਵਿੱਚ ਦੁਚਿੱਤੀ ਬਣ ਗਈ ਹੈ ਕਿ ਇਹਨਾਂ ਐਗਜ਼ਿਟ ਪੋਲਾਂ ਦੇ ਵਿੱਚ ਭਰੋਸਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਬੇਸ਼ੱਕ ਸਮਾਂ ਥੋੜਾ ਹੈ, ਪਰ ਇੱਕ ਹੁੰਦਾ ਨਾ ਡਾਕਟਰ ਸਾਹਿਬ ਵੀ ਬੜੀ ਅਚਵੀ ਜੀ ਲੱਗੀ ਰਹਿੰਦੀ ਹੈ ਯਾਰ ਕਿ ਸਰਕਾਰ ਕਿਹਦੀ ਬਣੂਗੀ। ਇਸ ਤਰੀਕੇ ਦੀ ਬੜੀ ਅਚਵੀ ਜੀ ਲੱਗੀ ਰਹਿੰਦੀ ਹੈ ਲੋਕਾਂ ਦੇ ਵਿੱਚ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਜਿੱਦਣ ਦੀਆਂ ਵੋਟਾਂ ਪਈਆਂ ਇਹੀ ਚਰਚਾ ਚੱਲ ਰਹੀ ਹੈ। ਤਾਂ ਐਗਜ਼ਿਟ ਪੋਲਾਂ ਤੇ ਭਰੋਸਾ ਕੀਤਾ ਜਾਵੇ ਜਾਂ ਫਿਰ ਇਸ ਤੇ ਉਲਟ ਰਿਜ਼ਲਟ ਆ ਜਾਣ। ਜੀ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਜਿਹੜੀ ਤੁਸੀਂ ਗੱਲ ਅਚਵੀ ਦੀ ਕੀਤੀ ਹੈ ਉਹ ਬਹੁਤ ਲਾਜ਼ਮੀ ਹੈ, ਅਚਵੀ ਲੱਗਣੀ, ਕਿਉਂਕਿ ਇਹ ਜਿਹੜੀ ਸਰਕਾਰ ਬਣਨੀ ਹੁੰਦੀ ਹੈ 5 ਸਾਲ ਦੇ ਲਈ ਔਰ ਆਪਾਂ ਸਾਰਿਆਂ ਨੇ ਆਪਣਾ ਮਤ ਦੇਣਾ ਹੁੰਦਾ ਹੈ। ਸੋ ਇਹਦੇ ਲਈ ਸਾਡਾ ਭਵਿੱਖ ਤੈਅ ਕਰਨਾ ਹੁੰਦਾ ਹੈ। ਇਹ ਅਗਲੇ 5 ਸਾਲਾਂ ਨੇ ਕਿਹਦੀ ਸਰਕਾਰ ਬਣੇਗੀ, ਕਿਹਦੀ ਨਹੀਂ ਬਣੇਗੀ, ਕਿਹੜੇ ਲੋਕ ਅੱਗੇ ਆਉਣਗੇ, ਉਹਨਾਂ ਨੇ ਪੰਜਾਬ ਦੇ ਭਵਿੱਖ ਨੂੰ ਨਿਸ਼ਚਿਤ ਕਰਨਾ ਹੈ। ਕਿਉਂਕਿ ਪੰਜਾਬ ਆਪਾਂ ਪਿਛਲੇ ਵਾਰੀ ਦੇਖਿਆ ਹੈ 17 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਧੜਾ ਧੜ ਵੋਟਾਂ ਜਿਹੜੀਆਂ ਨੇ ਕਾਂਗਰਸ ਨੂੰ ਪਾਈਆਂ ਸੀਗੀਆਂ, ਔਰ ਇਸ ਲਈ ਪਾਈਆਂ ਸੀਗੀਆਂ ਕਿ ਵੱਡੇ ਵੱਡੇ ਵਾਅਦੇ ਕੈਪਟਨ ਸਾਹਿਬ ਤੋਂ ਕਰਵਾਏ ਗਏ ਸੀਗੇ, ਚਾਹੇ ਪ੍ਰਸ਼ਾਂਤ ਕਿਸ਼ੋਰ ਜੀ ਰਾਹੀਂ ਕਰਵਾਏ ਗਏ ਹੋਣ ਜਾਂ ਹੋਰ। ਉਹਨਾਂ ਵਾਅਦਿਆਂ ਦੇ ਆਪਾਂ ਕਹਿ ਸਕਦੇ ਹਾਂ ਕਿ ਚੱਕਰਵਿਊਹ ਦੇ ਵਿੱਚ ਪੰਜਾਬ ਦੇ ਲੋਕ ਫਸ ਗਏ ਸੀਗੇ। ਪਰ ਉਹਨਾਂ ਵਾਅਦਿਆਂ ਦੇ ਵਿੱਚ ਆਪਾਂ ਸਾਰੇ ਦੇਖਿਆ ਕਿ ਕੋਈ ਸੱਚਾਈ ਨਜ਼ਰ ਨਹੀਂ ਆਈ। ਸੋ ਇਸ ਕਰਕੇ ਜਿਹੜੇ ਕੱਲ ਵੀ ਜਿਹੜੇ ਨਵੇਂ ਆਪਾਂ ਕਹਿ ਸਕਦੇ ਨੇ ਚੋਣ ਸਰਵੇ ਆਏ ਨੇ, ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਪੰਜਾਬ ਦੇ ਲੋਕ ਪਿਛਲੇ ਵਾਰੀ ਵੀ ਕੋਈ ਬਦਲ ਲੱਭ ਰਹੇ ਸੀਗੇ, ਉਹ ਉਹਨਾਂ ਨੂੰ ਬਦਲ ਲੱਗ ਰਿਹਾ ਸੀਗਾ ਕਿ ਸ਼ਾਇਦ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹੈ ਉਹ ਲੋਕਾਂ ਦੇ ਮਸਲੇ ਹੱਲ ਕਰੇਗੀ, ਉਹਨਾਂ ਦੀਆਂ ਪ੍ਰੋਬਲਮਸ ਹੱਲ ਕਰੇਗੀ, ਰੁਜ਼ਗਾਰ ਦੇ ਮਸਲੇ ਹੱਲ ਕੀਤੇ ਜਾਣਗੇ ਔਰ ਕਿਸਾਨੀ ਦੇ ਮਸਲੇ, ਨਸ਼ਿਆਂ ਨੂੰ ਲੈ ਕੇ ਮਸਲੇ, ਬਰਗਾੜੀ ਕਾਂਡ ਨੂੰ ਲੈ ਕੇ ਮਸਲਿਆਂ ਦੇ ਹੱਲ ਦੀ ਇੱਕ ਸੰਭਾਵਨਾਵਾਂ ਪੈਦਾ ਹੋਈਆਂ ਸੀਗੀਆਂ 17 ਦੇ ਵਿੱਚ ਵੀ ਲੋਕਾਂ ਨੂੰ ਕੈਪਟਨ ਸਾਹਿਬ ਦੇ ਰਾਹੀਂ। ਪਰ ਉਹ ਸੰਭਾਵਨਾਵਾਂ, ਉਹ ਸੁਪਨੇ ਜਦੋਂ ਟੁੱਟੇ ਤਾਂ ਲਾਜ਼ਮੀ ਤੌਰ ਤੇ ਲੋਕਾਂ ਦਾ ਝੁਕਾਅ
ਤੀਜੇ ਬਦਲ ਵੱਲ ਹੋਣਾ। ਆਪਾਂ ਬਾਰ-ਬਾਰ ਇਹ ਗੱਲ ਕਹਿੰਦੇ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਕਿ ਭਾਈ ਲੋਕ ਤੀਜੇ ਬਦਲ ਵੱਲ ਜਾਣਗੇ ਜੇਕਰ ਕੈਪਟਨ ਸਾਹਿਬ ਆਪਣੇ ਵਾਅਦੇ ਉਹਨਾਂ ਨੇ ਪੂਰੇ ਨਹੀਂ ਸੀ ਕਰਨੇ ਜਾਂ ਕੀਤੇ ਤਾਂ ਲੋਕਾਂ ਦਾ ਝੁਕਾਅ ਤੀਜੇ ਬਦਲ ਵੱਲ ਜਾਣਾ ਲਾਜ਼ਮੀ ਸੀਗਾ। ਸੋ ਉਹੀ ਗਰਾਊਂਡ ਲੈਵਲ ਦੇ ਉੱਤੇ ਨਜ਼ਰ ਆ ਰਿਹਾ ਸੀਗਾ, ਉਹੀ ਤੁਸੀਂ ਇਹਨਾਂ ਸਰਵੇਆਂ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਤੁਸੀਂ ਦੇਖਿਆ ਹੋਏਗਾ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਮਤ ਦੇ ਵਿੱਚ ਇਕੱਲਾ ਇਹ ਨਹੀਂ ਕਿ ਸਿਰਫ 60 ਸੀਟਾਂ ਦੇ ਨੇੜੇ ਤੇੜੇ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ, ਇਹਦੇ ਵਿੱਚ ਬਹੁਮਤ ਦੇ ਉੱਤੇ ਵੀ ਆਪਾਂ ਜਾ ਕਹਿ ਸਕਦੇ ਹਾਂ ਕਿ 80 ਸੀਟਾਂ ਦੇ ਕਰੀਬ ਜਿਹੜੀਆਂ ਨੇ ਉਹ ਜੇ ਇਹਨਾਂ ਦੀ ਐਵਰੇਜ ਆਪਾਂ ਦੇਖੀਏ ਸਾਰੇ ਚੋਣ ਜਿਹੜੇ ਨੇ ਸਰਵੇ ਆਏ ਨੇ ਤਾਂ ਸਾਰਿਆਂ ਦੀ ਐਵਰੇਜ ਲਗਭਗ 80 ਸੀਟਾਂ ਦੇ ਕਰੀਬ ਜਿਹੜੀ ਹੈਗੀ ਹੈ ਉਹ ਬਣਦੀ ਹੈ। ਸੋ ਕਾਫੀ ਨੇੜੇ ਕਹਿ ਸਕਦੇ ਹਾਂ ਕਿ ਸੱਚਾਈ ਦੇ ਨੇੜੇ ਨੇ ਇਹ ਸਰਵੇ। ਸੋ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਜਿਹੜੇ ਆ ਐਗਜ਼ਿਟ ਪੋਲ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਭਾਰਤ ਦੇ ਵੱਡੇ ਟੀਵੀ ਚੈਨਲ ਨੇ ਜਿਨ੍ਹਾਂ ਦੇ ਵੱਲੋਂ ਜਿਹੜੇ ਐਗਜ਼ਿਟ ਪੋਲ ਕੀਤੇ ਗਏ ਨੇ ਤੇ ਐਗਜ਼ਿਟ ਪੋਲਾਂ ਦੇ ਵਿੱਚ ਸਪਸ਼ਟ ਬਹੁਮਤ ਭਾਰੀ ਬਹੁਮਤ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲਦੀ ਦਿਖਾਈ ਦੇ ਰਹੀ ਹੈ। ਤੁਸੀਂ ਵੱਖ-ਵੱਖ ABP ਸਾਂਝਾ ਦਾ ਸਰਵੇ ਦੇਖ ਰਹੇ ਹੋ, ਅੱਜ ਤੱਕ ਦਾ ਵੀ ਸਰਵੇ ਦੇਖ ਰਹੇ ਹੋ, NDTV ਦਾ ਵੀ ਸਰਵੇ ਦੇਖ ਰਹੇ ਹੋ, ਹੋਰ ਵੀ ਜਿਹੜੇ ਬਹੁਤ ਸਾਰੇ ਸਰਵੇ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਆਪਣੀ ਸਕਰੀਨ ਦੇ ਉੱਪਰ। ਤਾਂ ਜਿਸ ਤਰੀਕੇ ਦੇ ਨਾਲ ਇਹ ਸਰਵੇ ਦਿਖਾਏ ਜਾ ਰਹੇ ਨੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਲਗਾਤਾਰ ਇਹ ਸਰਵੇ ਜ਼ਰੂਰ ਦਿਖਾਏ ਜਾਣ। ਤਾਂ ਜਿਸ ਤਰੀਕੇ ਦੇ ਨਾਲ ਇਹ ਸਰਵੇ ਦਿਖਾਏ ਜਾ ਰਹੇ ਨੇ ਤਾਂ ਇਹਨਾਂ ਦੇ ਵਿੱਚ ਭਾਰੀ ਬਹੁਮਤ ਜਿਹੜੀ ਮਿਲਦੀ ਦਿਖਾਈ ਦੇ ਰਹੀ ਹੈ। ਉਹਨਾਂ ਤੇ ਹੀ ਗੱਲਬਾਤ ਕਰ ਰਹੇ ਹਾਂ ਕਿ ਇਹਨਾਂ ਐਗਜ਼ਿਟ ਪੋਲਾਂ ਦੇ ਉੱਪਰ ਕਿੰਨਾ ਭਰੋਸਾ ਜਿਹੜਾ ਕੀਤਾ ਜਾ ਸਕਦਾ ਹੈ। ਜੀ ਡਾਕਟਰ ਸਾਹਿਬ। ਜੀ ਮੈਂ ਇਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਇਕੱਲਾ ਇਹ ਨਹੀਂ ਕਿ ਇਕੱਲਾ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਕਿ ਸਿਰਫ ਐਗਜ਼ਿਟ ਪੋਲ ਦੇ ਉੱਤੇ ਗੱਲ ਕਰ ਰਹੇ ਹਾਂ, ਜੋ ਗਰਾਊਂਡ ਰਿਐਲਿਟੀ ਸਾਨੂੰ ਖੁਦ ਨੂੰ ਨਜ਼ਰ ਆ ਰਹੀ ਹੈ। ਵੱਖ-ਵੱਖ ਤੁਹਾਨੂੰ ਵੀ ਸੁਖਵਿੰਦਰ ਜੀ ਮੌਕਾ ਮਿਲਿਆ ਹੈ ਜਾਣ ਦਾ, ਚਾਹੇ ਵਿਧਾਨ ਸਭਾ ਵੱਖ-ਵੱਖ ਹੋਣ, ਔਰ ਉਹਨਾਂ ਵਿਧਾਨ ਸਭਾ ਦੇ ਵਿੱਚ ਥੱਲੋਂ ਜੋ ਆਵਾਜ਼ ਆ ਰਹੀ ਸੀ ਲੋਕਾਂ ਦੀ, ਜੋ ਆਮ ਤੌਰ ਤੇ ਆਵਾਜ਼ ਆ ਰਹੀ ਸੀ ਉਹ ਇਹੀ ਸੀਗੇ ਅਸੀਂ ਇਸ ਵਾਰੀ ਬਦਲ ਚਾਹੁੰਦੇ ਹਾਂ, ਅਸੀਂ ਇਸ ਵਾਰੀ ਚੇਂਜ ਕਰਨਾ ਚਾਹੁੰਦੇ ਹਾਂ, ਅਸੀਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਾਂ। ਸੋ ਇਦਾਂ ਦੀਆਂ ਗੱਲਾਂ ਤੁਹਾਨੂੰ ਆਮ ਸੁਣਨ ਨੂੰ ਮਿਲਦੀਆਂ ਸੀਗੀਆਂ। ਸੋ ਉਹੀ ਆਪਾਂ ਕਹਿ ਸਕਦੇ ਹਾਂ ਕਿ ਚੋਣਾਂ ਦੇ ਵਿੱਚ ਕਨਵਰਟ ਹੋ ਚੁੱਕਿਆ ਔਰ ਡੱਬਿਆਂ ਦੇ ਵਿੱਚ ਬੰਦ ਹੋ ਚੁੱਕੀ ਹੈ ਕਿਸਮਤ, ਔਰ ਪਰਸੋਂ ਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ ਨੇ। ਸੋ ਜਿਹੜੀਆਂ ਗੱਲਾਂ ਐਗਜ਼ਿਟ ਪੋਲ ਕਹਿ ਰਹੇ ਨੇ ਔਰ ਜਿਹੜੀਆਂ ਗੱਲਾਂ ਆਮ ਲੋਕ ਕਹਿ ਰਹੇ ਨੇ, ਜਿਹੜੇ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਚਾਹ ਰਹੇ ਸੀਗੇ, ਉੱਥੋਂ ਇਹ ਸਪਸ਼ਟ ਹੈ ਕਿ ਪੰਜਾਬ ਦੇ ਲੋਕ ਤੀਸਰੇ ਬਦਲ ਵੱਲ ਜਾ ਰਹੇ ਸੀਗੇ ਔਰ ਤੀਸਰਾ ਬਦਲ ਉਹਨਾਂ ਨੂੰ ਲੱਭ ਗਿਆ। ਔਰ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਭਗਵੰਤ ਮਾਨ ਪਹਿਲੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਆਪਾਂ ਇਸ ਚੀਜ਼ ਨੂੰ ਬਹੁਤ ਜ਼ੋਰ ਨਾਲ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਸਾਹਮਣੇ ਆਉਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਵੱਡੀ ਜਿੱਤ ਲੈ ਕੇ ਹਾਜ਼ਰ ਹੋਏਗੀ ਔਰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਨਵੀਂ ਪਾਰਟੀ ਜਿਹੜੀ ਹੈਗੀ ਹੈ ਔਰ ਆਮ ਆਦਮੀ ਪਾਰਟੀ ਉਹ ਸਹੁੰ ਚੁੱਕਣ ਜਾਏਗੀ ਔਰ ਨਵੀਂ ਸਰਕਾਰ ਬਣਾਏਗੀ ਔਰ ਲੋਕਾਂ ਨੂੰ ਵੀ ਇਹਦੇ ਨਾਲ ਫਾਇਦਾ ਹੋਏਗਾ। ਔਰ ਵੱਡੀ ਗੱਲ ਇਹ ਹੈ ਵੀ ਹੁਣ ਜਿਹੜੀ ਸਮਝਣ ਵਾਲੀ ਹੈ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ, ਉਹ ਇਹੀ ਹੈ ਕਿ ਜਿਹੜੇ ਵਾਅਦੇ ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਉਹ ਕਰਦੀਆਂ ਆਈਆਂ ਸੀਗੀਆਂ, ਚਾਹੇ ਅਕਾਲੀ ਦਲ BJP ਦੀ ਸਰਕਾਰ ਹੋਵੇ, ਉਹਨੇ ਬੜੇ ਵੱਡੇ ਵਾਅਦੇ ਕੀਤੇ, 2 ਵਾਰ ਸੱਤਾ 'ਚ ਰਹੀ, 10 ਸਾਲ ਲਗਾਤਾਰ ਸੱਤਾ 'ਚ ਰਹੀ, ਪਰ ਲੋਕਾਂ ਨੂੰ ਗਰਾਊਂਡ ਜਿਹੜੀ ਵਾਅਦਾ ਖਿਲਾਫੀ ਹੋਈ ਹੈ ਉਹੀ ਕਾਰਨ ਹੈ ਕਿ ਜਿਹੜੇ ਐਗਜ਼ਿਟ ਪੋਲ ਦਿਖਾਈ ਦੇ ਰਹੇ ਨੇ ਲੋਕਾਂ ਦੀ ਇੱਕੋ ਹੀ ਗੱਲ ਸੀ ਕਿ ਬਦਲਾਅ ਨੂੰ ਵੋਟ ਪਾਉਣੀ ਹੈ। ਤਾਂ ਉਹੀ ਬਦਲਾਅ ਦੇ ਕਾਰਨ ਹੀ ਜਿਹੜੇ ਐਗਜ਼ਿਟ ਪੋਲ ਜਿਹੜੇ ਸਾਹਮਣੇ ਆ ਰਹੇ ਨੇ। ਤਾਂ ਡਾਕਟਰ ਸਾਹਿਬ ਕੁਝ ਲੋਕ ਇਹ ਵੀ ਸੋਚਦੇ ਨੇ ਕਿ ਪਿਛਲੀ ਵਾਰੀ ਜਿਹੜੇ ਐਗਜ਼ਿਟ ਪੋਲ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ 50-53 ਤੇ ਜਾਂ ਸਰਕਾਰ ਦੇ ਨੇੜੇ ਤੇੜੇ ਦੀਆਂ ਸੀਟਾਂ ਮਿਲਦੀਆਂ ਸੀ, ਪਰ ਜਦੋਂ ਐਗਜ਼ਿਟ ਪੋਲ ਤੋਂ ਬਾਅਦ ਜਦੋਂ ਰਿਜ਼ਲਟ ਫਾਈਨਲ ਆਇਆ ਤਾਂ 20 ਸੀਟਾਂ ਦੇ ਸਿਮਟ ਕੇ ਰਹਿ ਗਈ। ਏਦਾਂ ਦੀਆਂ ਵੀ ਕੁਝ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਹੈਗੀਆਂ। ਜੀ ਸੁਖਵਿੰਦਰ ਜੀ ਦੇਖੋ ਇਹ ਹੋਣਾ ਲਾਜ਼ਮੀ ਹੈ ਕਿਉਂਕਿ ਪਿਛਲੇ ਵਾਰੀ ਲਗਭਗ ਕਿਸੇ ਵੇਲੇ ਤਾਂ ਆਮ ਆਦਮੀ ਪਾਰਟੀ ਆਪਾਂ ਦੇਖੋ ਕਿ ਆਪ ਉਹ ਕਹਿ ਰਹੀ ਸੀ ਕਿ ਅਸੀਂ 100 ਸੀਟਾਂ ਤੇ ਜਿੱਤਾਂਗੇ। ਸੋ ਹੌਲੀ ਜਦੋਂ ਐਗਜ਼ਿਟ ਪੋਲ ਆਏ ਸਾਰਿਆਂ ਦੇ ਵਿੱਚ ਤਾਂ 40-50 ਤੇ ਆਮ ਤੌਰ ਤੇ ਵੱਖ-ਵੱਖ ਚੈਨਲਾਂ ਨੇ ਦਿਖਾਇਆ ਸੀਗਾ ਕਿ 50 ਸੀਟਾਂ ਲੈ ਕੇ ਜਾ ਸਕਦੀ ਹੈ। ਪਰ ਹੋਇਆ ਕਿ ਜਿਹੜੀਆਂ ਵੱਡੀਆਂ ਗਲਤੀਆਂ ਮਿਸਟੇਕਸ ਹੋਈਆਂ ਨੇ ਆਮ ਆਦਮੀ ਪਾਰਟੀ ਤੋਂ ਪਿਛਲੇ ਵਾਰੀ, ਉਹ ਸੀਗਾ ਕਿ ਮੁੱਖ ਮੰਤਰੀ ਦਾ ਚਿਹਰਾ ਨਾ ਦੇਣਾ। ਪਹਿਲੀ ਜਿਹੜੀ ਵੱਡੀ ਸਭ ਤੋਂ ਮਿਸਟੇਕ ਹੋਈ ਹੈ, ਗਲਤੀ ਹੋਈ ਹੈ, ਔਰ ਉਸ ਚਿਹਰੇ ਨਾ ਹੋਣ ਕਰਕੇ ਮੁੱਖ ਮੰਤਰੀ ਦਾ ਬਹੁਤ ਜ਼ਿਆਦਾ ਘਾਟਾ ਉਹਨਾਂ ਦਿਨਾਂ ਦੇ ਵਿੱਚ 17 ਦੇ ਵਿੱਚ ਪਿਆ ਸੀਗਾ। ਦੂਸਰਾ ਸੀਗਾ ਕਿ ਜਿਵੇਂ ਵੱਖ-ਵੱਖ ਜਿਹੜੇ ਗਰੁੱਪ ਸੀਗੇ ਉਹਨਾਂ ਦੀ ਆਪਸੀ ਖਿੱਚੋਤਾਣ ਕਰਕੇ ਵੀ ਜਿਹੜਾ ਹੈਗਾ ਉਹ ਦਿੱਕਤਾਂ ਆਈਆਂ। ਇਸੇ ਤਰ੍ਹਾਂ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿਹੜੇ
ਬਾਕੀ ਪਾਰਟੀਆਂ 'ਚੋਂ ਜਿਹੜੇ ਨੇ ਟਿਕਟਾਂ ਦੀ ਵੰਡ ਹੋਈ ਹੈ ਬਾਕੀ ਪਾਰਟੀਆਂ 'ਚੋਂ ਲਿਆ ਕੇ ਉਹ ਕਿਤੇ ਨਾ ਕਿਤੇ ਜਾ ਕੇ ਉਹ ਬੈਲੈਂਸ ਵਿਗਾੜ ਰਹੀ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਵੱਡੀਆਂ ਗਲਤੀਆਂ ਪਿਛਲੇ ਵਾਰੀ ਜਿਹੜੀਆਂ ਨੇ ਉਹ ਹੋਈਆਂ ਨੇ। ਔਰ ਦੂਸਰੀ ਵੱਡੀ ਇੱਕ ਕਾਰਨ ਇਹਦਾ ਰਿਹਾ ਸੀਗਾ ਹਾਰ ਦਾ, ਉਹ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਇਕੱਠੀਆਂ ਕਿਤੇ ਨਾ ਕਿਤੇ ਨਜ਼ਰ ਆਈਆਂ ਸੀਗੀਆਂ। ਸੋ ਉਹਦੇ ਕਰਕੇ ਵੀ ਜਿਹੜੀ ਹੈਗੀ ਹੈ ਇੱਕ ਥਾਂ ਦੇ ਉੱਤੇ ਵੋਟਾਂ ਭੁਗਤ ਗਈਆਂ ਸੀ, ਯਾਨੀ ਕਿ ਕਾਂਗਰਸ ਨੂੰ ਉਹ ਸਾਰੀਆਂ ਵੋਟ ਪ੍ਰਤੀਸ਼ਤ ਜਿਹੜੀ ਹੈਗੀ ਹੈ ਭੁਗਤ ਗਈ ਸੀਗੀ। ਸੋ ਨਤੀਜਾ ਕੀ ਸੀਗਾ? ਨਤੀਜਾ ਆਪਾਂ ਦੇਖਿਆ ਕਿ 80 ਦੇ ਨੇੜੇ ਉਹਨਾਂ ਦਿਨਾਂ ਦੇ ਵਿੱਚ 17 ਦੇ ਵਿੱਚ ਕਾਂਗਰਸ ਜਿਹੜੀ ਸੀਗੀ ਉਹ ਸੀਟਾਂ ਲੈ ਕੇ ਗਈ ਸੀਗੀ। ਸੋ ਉਹਦਾ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਕਾਰਨ ਆਮ ਆਦਮੀ ਦੀਆਂ ਆਪਣੀਆਂ ਗਲਤੀਆਂ ਪਾਰਟੀ ਦੀਆਂ, ਉਹਦੇ ਕਰਕੇ ਜਿਹੜੀ ਸੀ ਸਰਕਾਰ ਜਾਂ ਜਿਵੇਂ ਐਗਜ਼ਿਟ ਪੋਲ ਜਿਵੇਂ ਉਮੀਦ ਕਰਦੇ ਸੀਗੇ ਉਹ ਉਮੀਦਾਂ ਦੇ ਉੱਤੇ ਖਰੇ ਨਹੀਂ ਸੀ ਉਤਰ ਪਾਏ। ਸੋ ਕਾਰਨ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਪਾਰਟੀ ਦੀਆਂ ਕਮਜ਼ੋਰੀਆਂ ਸੀਗੀਆਂ, ਪਾਰਟੀ ਦੀਆਂ ਗਲਤੀਆਂ ਸੀਗੀਆਂ। ਔਰ ਪਾਰਟੀ ਦੀਆਂ ਗਲਤੀਆਂ ਹੋਣ ਕਰਕੇ, ਕਿਉਂਕਿ ਇਸ ਵਾਰੀ ਉਹ ਪਾਰਟੀ ਗਲਤੀਆਂ ਨੂੰ ਸੁਧਾਰ ਪਾਈ ਹੈ ਕਾਫੀ ਹੱਦ ਤੱਕ। ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਪਿਛਲੇ ਵਾਰੀ 17 ਦੇ ਵਿੱਚ ਗਲਤੀਆਂ ਕੀਤੀਆਂ ਸੀਗੀਆਂ ਉਹਨਾਂ ਗਲਤੀਆਂ ਨੂੰ ਉਹਨਾਂ ਨੇ ਸੁਧਾਰਿਆ ਹੈ। ਔਰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਹੈ। ਔਰ ਕਿੰਨਾ ਕੁ ਗਲਤੀਆਂ ਨੂੰ ਸੁਧਾਰਨ ਦਾ ਫਾਇਦਾ ਹੋਊਗਾ ਉਹ ਫਾਈਨਲ ਰਿਜ਼ਲਟ ਜਿਹੜਾ 10 ਮਾਰਚ ਨੂੰ ਆਈ ਉਹ ਤਾਂ ਦੇਖੋ ਅਖੀਰ ਜੀ ਸਾਰੀਆਂ ਗੱਲਾਂ ਜਿਹੜੀਆਂ ਸਪਸ਼ਟ ਹੋ ਜਾਣਗੀਆਂ। ਹੁਣ ਤੱਕ ਜਿਹੜਾ 10 ਤਰੀਕ 10 ਵਜੇ ਤੱਕ ਕੁਝ ਰਿਜ਼ਲਟ ਜਿਹੜੀ ਤਸਵੀਰ ਸਾਫ਼ ਹੁੰਦੀ ਨਜ਼ਰ ਆਊਗੀ। ਤਾਂ ਡਾਕਟਰ ਸਾਹਿਬ ਅਗਲੀ ਖਬਰ ਦੀ ਗੱਲਬਾਤ ਕਰੀਏ। ਨਵਜੋਤ ਸਿੰਘ ਸਿੱਧੂ ਦੀ ਚੁੱਪੀ ਦੇ ਬੜੇ ਲੋਕ ਸਵਾਲ ਸਾਧ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਕਿੱਧਰ ਰਹਿ ਗਏ ਵੋਟਾਂ ਤੋਂ ਬਾਅਦ, 20 ਫਰਵਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਿਖੇ ਨਹੀਂ। ਤਾਂ ਉਹ ਜੇ ਗੱਲਾਂ ਬਾਤਾਂ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਕੱਲ ਬੈਠਕ ਕੀਤੀ ਹੈ, ਇੱਕ ਮੀਟਿੰਗ ਕੀਤੀ ਆਪਣੇ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਤੇ ਜਨਰਲ ਸਕੱਤਰਾਂ ਦੇ ਨਾਲ। ਉਹਦੇ ਵਿੱਚ ਪਵਨ ਗੋਇਲ, ਕੁਲਜੀਤ ਨਾਗਰਾ, ਪ੍ਰਗਟ ਸਿੰਘ ਅਤੇ ਢੀਂਗਰਾ ਸਾਹਿਬ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਡਾਕਟਰ ਸਾਹਿਬ ਹੋਈ ਹੈ ਤੇ ਇਸ ਮੀਟਿੰਗ ਦੇ ਕੀ ਮਾਇਨੇ? ਸੁਖਵਿੰਦਰ ਜੀ, ਇਸ ਮੀਟਿੰਗ ਦੇ ਬੜੇ ਵੱਡੇ ਮਾਇਨੇ ਨਿਕਲ ਸਕਦੇ ਆ। ਉਹਦਾ ਵੱਡਾ ਕਾਰਨ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਲਗਾਤਾਰ ਚੁੱਪ ਵੱਟੀ ਬੈਠੇ ਸੀਗੇ ਔਰ ਵੱਡੇ ਵੱਡੇ ਮਸਲੇ, ਚਾਹੇ ਉਹ BBMB ਦਾ ਮਸਲਾ ਹੋਵੇ, ਚਾਹੇ ਸਿਟਕੋ ਦਾ ਮਸਲਾ ਹੋਵੇ, ਜਾਂ ਹੋਰ ਜਿਹੜੇ ਪੰਜਾਬ ਦੇ ਇਹਨਾਂ ਦਿਨਾਂ ਦੇ ਵਿੱਚ ਭਖਦੇ ਮਸਲੇ ਹੋਣ, ਵਿਦਿਆਰਥੀਆਂ ਨੂੰ ਲੈ ਕੇ ਜਿਹੜਾ ਹੈਗਾ ਵੱਡਾ ਮਸਲਾ, ਯੂਕਰੇਨ ਦਿਆਂ ਨੂੰ ਉਹ ਮਸਲਾ ਸੀਗਾ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਹਿਲੀ ਵਾਰੀ ਜਿਵੇਂ ਤੁਸੀਂ ਦੱਸਿਆ ਬੜੀ ਲੰਮੇ ਸਮੇਂ ਤੋਂ ਬਾਅਦ ਉਹਨਾਂ ਨੇ ਮੀਟਿੰਗ ਕੀਤੀ। ਆਪਣੇ ਜਿਹੜੇ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਨੇ ਵੱਖ-ਵੱਖ, ਚਾਹੇ ਕੁਲਜੀਤ ਨਾਗਰਾ ਸਾਹਿਬ ਹੋਣ, ਚਾਹੇ ਜਨਰਲ ਸੈਕਟਰੀ ਪ੍ਰਗਟ ਸਿੰਘ ਹੋਣ, ਜਾਂ ਹੋਰ ਜਿਹੜੇ ਜ਼ਿਲ੍ਹੇ ਪ੍ਰਧਾਨ ਜ਼ਿਲ੍ਹਾ ਦੇ ਪ੍ਰਧਾਨ ਹੋਣ, ਉਹਨਾਂ ਨਾਲ ਇਹ ਮੀਟਿੰਗ ਜਿਹੜੀ ਹੈਗੀ ਹੋਈ ਹੈ। ਔਰ ਵੱਡੀ ਗੱਲ ਇਹਦੇ ਵਿੱਚ ਇਹੀ ਹੋਈ ਹੈ ਕਿ ਚੋਣਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਸਰਵੇ ਨੂੰ ਲੈ ਕੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਸੋਚ ਉਹਨਾਂ ਨੇ ਸੋਚੀ ਸੀਗੀ ਕਿਸੇ ਵੇਲੇ ਕਿ ਅਸੀਂ ਦੁਬਾਰਾ ਫੇਰ ਸੱਤਾ ਦੇ ਵਿੱਚ ਆ ਸਕਦੇ ਹਾਂ ਜਿਹੜੀ ਕਾਂਗਰਸ ਪਾਰਟੀ, ਤਾਂ ਉਹਨੂੰ ਲੈ ਕੇ ਜਿਹੜਾ ਹੈਗਾ ਵਿਚਾਰ ਵਟਾਂਦਰਾ ਹੋਇਆ ਹੈ। ਪਰ ਆਪਾਂ ਦੇਖਿਆ ਹੈ ਕਿ ਜੋ ਨਤੀਜੇ ਦਿਖਾ ਰਹੇ ਨੇ ਚੋਣ ਸਰਵੇ ਉਹ ਵੱਖਰੇ ਨੇ। ਪਰ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਉਹ ਵਲੰਟੀਅਰ ਸਾਹਿਬਾਨ ਹੋਣ ਕਾਂਗਰਸ ਦੇ, ਚਾਹੇ ਵੱਡੇ ਲੀਡਰ ਹੋਣ, ਕਿਤੇ ਨਾ ਕਿਤੇ ਉਹ ਤੁਹਾਨੂੰ ਨਿਰਾਸ਼ ਨਜ਼ਰ ਆ ਰਹੇ ਨੇ। ਔਰ ਉਹਨਾਂ ਦੇ ਵਿੱਚ ਨਿਰਾਸ਼ਾ ਦਾ ਕਾਰਨ ਵੱਡਾ ਇਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਲੜਾਈ ਲੜਨੀ ਚਾਹੀਦੀ ਸੀਗੀ 22 ਦੀਆਂ ਚੋਣਾਂ ਦੀ, ਉਸ ਤਰ੍ਹਾਂ ਨਾਲ ਜਿਹੜੀ ਹੈਗੀ ਲੜਾਈ ਨਹੀਂ ਲੜੀ ਗਈ। ਔਰ ਆਪਸੀ ਆਪਸੀ ਖਿੱਚੋਤਾਣ, ਕਾਟੋ ਕਲੇਸ਼ ਲਗਾਤਾਰ ਉਹ ਨਜ਼ਰ ਆਇਆ। ਔਰ ਇਹ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਨਤੀਜਾ ਹਾਰ ਦੇ ਵਿੱਚ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ 10 ਨੂੰ ਨਜ਼ਰ ਆ ਰਹੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਨਵੇਂ ਸਿਰੇ ਤੋਂ ਲੜਾਈ ਜਿਹੜੀ ਹੈਗੀ ਹੈ ਕਾਂਗਰਸ ਨੂੰ ਸ਼ੁਰੂ ਕਰਨੀ ਪਏਗੀ, ਆਪਣੀਆਂ ਗਲਤੀਆਂ ਨੂੰ ਸੁਧਾਰਨਾ ਪਏਗਾ, ਆਪਣੀ ਉਸ ਜਿਹੜੀ ਜਥੇਬੰਦਕ ਢਾਂਚੇ ਨੂੰ ਡਿਵੈਲਪ ਕਰਨਾ ਪਏਗਾ। ਔਰ ਕੱਲ ਵੀ ਗੱਲ ਹੋਈ ਹੈ, ਨਵਜੋਤ ਸਿੰਘ ਸਿੱਧੂ ਇਹ ਗੱਲ ਜਿਹੜੀ ਨੇ ਬਾਰ-ਬਾਰ ਕਰਦੇ ਨਜ਼ਰ ਆਏ ਨੇ ਕਿ ਜਥੇਬੰਦਕ ਢਾਂਚੇ ਨੂੰ ਬਣਾਉਣ ਦਾ ਜਿਹੜਾ ਮਕਸਦ ਗੱਲਬਾਤ ਹੋਈ ਹੈ ਕਿ ਕਿਸ ਕਰਕੇ ਕਾਂਗਰਸ ਨੂੰ ਫਾਇਦਾ ਤੇ ਜਾਂ ਨੁਕਸਾਨ ਕਿਸ ਕਰਕੇ ਹੋਇਆ ਹੈ, ਇਸ ਬਾਰੇ ਵੀ ਕਹਿੰਦੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ। ਤਾਂ ਉਧਰ ਚਰਨਜੀਤ ਸਿੰਘ ਚੰਨੀ ਦੇ ਉੱਪਰ ਵੀ ਬਗਾਵਤ ਜਿਹੜੀ ਸ਼ੁਰੂ ਹੋ ਗਈ ਹੈ। ਬਸੀ ਪਠਾਣਾ ਤੋਂ MLA ਗੁਰਪ੍ਰੀਤ GB ਉਹਨਾਂ ਨੇ ਬਗਾਵਤ ਕਰ ਦਿੱਤੀ। ਕਹਿੰਦੇ ਕਿ ਚੰਨੀ ਨੇ ਮੇਰੇ ਖਿਲਾਫ ਆਪਦੇ ਭਰਾ ਨੂੰ ਖੜਾ ਕੀਤਾ ਤੇ ਉਹਨਾਂ ਨੇ ਆਪਣੇ ਭਰਾ ਦੀ ਜਿਹੜੀ ਹੈ ਉਹ ਮਦਦ ਕੀਤੀ ਹੈ, ਜਿਹਦਾ ਪਾਰਟੀ ਨੂੰ ਨੁਕਸਾਨ ਹੋਇਆ ਹੈ। ਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਵੀ ਸਾਧਿਆ ਕਿ ਭਾਈ ਜੇਕਰ ਇੱਕ ਮੁੱਖ ਮੰਤਰੀ ਉਹਦੇ ਭਰਾ ਨੂੰ ਹੀ ਘਰ ਨੂੰ ਹੀ ਨਹੀਂ ਸਾਂਭ ਸਕਦਾ ਤਾਂ ਫਿਰ ਪੰਜਾਬ ਨੂੰ ਕਿਸ ਤਰੀਕੇ ਨਾਲ ਸਾਂਭੂਗਾ। ਉਹਨਾਂ ਨੇ ਇੱਕ ਤਰੀਕੇ ਨਾਲ ਬਗਾਵਤ ਕੀਤੀ ਹੈ। ਤਾਂ ਹੋਰ ਵੀ ਬਗਾਵਤ ਦੀਆਂ ਸੁਰਾਂ ਜਿਹੜੀਆਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਉੱਠਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਚਰਨਜੀਤ ਸਿੰਘ ਚੰਨੀ ਨਾਲ
ਜਿਹੜਾ ਬਣਾ ਕੇ ਇਹ ਜਿਹੜੀ ਚੋਣ ਲੜੀ ਜਾ ਰਹੀ ਹੈ ਤੇ ਐਗਜ਼ਿਟ ਪੋਲਾਂ ਤੋਂ ਬਾਅਦ ਹਾਲੇ ਤਾਂ ਰਿਜ਼ਲਟ ਫਾਈਨਲ ਆਉਣਾ ਹੈ ਤੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜੀ ਬਗਾਵਤ ਵੀ ਸ਼ੁਰੂ ਹੋ ਚੁੱਕੀ ਹੈ। ਤਾਂ ਉਧਰ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਆਪਣੇ ਕਾਰਜਕਾਰੀ ਪ੍ਰਧਾਨਾਂ ਤੇ ਜਿਹੜੇ ਜਨਰਲ ਸਕੱਤਰ ਨੇ ਉਹਨਾਂ ਨਾਲ ਕੀਤੀ ਹੈ ਕਿ ਕਿਸ ਕਰਕੇ ਜ਼ਿਆਦਾ ਫਾਇਦਾ ਤੇ ਕਾਂਗਰਸ ਨੂੰ ਕਿਸ ਕਰਕੇ ਜ਼ਿਆਦਾ ਨੁਕਸਾਨ ਹੋਇਆ, ਕੀ ਮਾਇਨੇ ਇਸ ਚਰਚਾ ਦੇ। ਬਿਲਕੁਲ, ਦੇਖੋ ਜਿਹੜੀ ਗੱਲ ਮੈਂ ਆਪਾਂ ਬਾਰ-ਬਾਰ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਆਪਸੀ ਖਿੱਚੋਤਾਣ ਸੀ, ਆਪਸੀ ਫੁੱਟ ਸੀਗੀ ਔਰ ਅਨੁਸ਼ਾਸਨਬੱਧ ਨਾ ਹੋਣਾ ਔਰ ਵੱਡੇ ਵੱਡੇ ਲੀਡਰਾਂ ਦਾ, ਜਿਵੇਂ ਤੁਸੀਂ ਇੱਕ ਗੱਲ ਕੀਤੀ ਹੈ ਕਿ ਜੇਕਰ ਤੁਹਾਡੇ ਆਪਣੇ ਸੂਬੇ ਦਾ ਮੁੱਖ ਮੰਤਰੀ ਦਾ ਭਰਾ ਉਹ ਤੁਹਾਡਾ ਅਨੁਸ਼ਾਸਨ ਨਹੀਂ ਮੰਨ ਰਿਹਾ, ਉਹ ਅਨੁਸ਼ਾਸਨ ਭੰਗ ਕਰ ਰਿਹਾ, ਪਾਰਟੀ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਲਾਜ਼ਮੀ ਤੌਰ ਤੇ ਉਹਦੇ ਨਤੀਜੇ ਜਿਹੜੇ ਨੇ ਇਸ ਤਰ੍ਹਾਂ ਦੇ ਨਿਕਲਣੇ ਲਾਜ਼ਮੀ ਸੀਗੇ। ਸੋ ਇਸੇ ਤਰ੍ਹਾਂ ਤੁਸੀਂ ਰਾਣਾ ਗੁਰਜੀਤ ਹੋਰਾਂ ਦਾ ਤੁਸੀਂ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਆਪਣੇ ਪੁੱਤਰ ਨੂੰ ਖੜਾ ਕਰਤਾ। ਇਸੇ ਤਰ੍ਹਾਂ ਹੋਰ ਬੜੇ ਲੋਕਾਂ ਨੇ ਬਗਾਵਤ ਕੀਤੀ ਔਰ ਇੱਥੋਂ ਤੱਕ ਕਿ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਲੋਕ ਸਭਾ ਸੀਟ ਤੋਂ ਕਾਂਗਰਸ ਤੋਂ ਜਿੱਤੇ ਹੋਏ ਨੇ, ਉਹਨਾਂ ਨੇ ਲਗਾਤਾਰ ਆਪਣੇ ਪਤੀ ਦੇ ਹੱਕ ਦੇ ਵਿੱਚ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕੀਤਾ, ਸ਼ਰੇਆਮ ਕੀਤਾ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਹਾਡੀ ਅਨੁਸ਼ਾਸਨਬੱਧਤਾ ਨਹੀਂ ਰਹੇਗੀ, ਪਾਰਟੀ ਦੇ ਪ੍ਰਤੀ ਕੋਈ ਕਮਿਟਮੈਂਟ ਨਹੀਂ ਰਹੇਗੀ, ਤਾਂ ਉਹਦੇ ਨਤੀਜੇ ਜਿਹੜੇ ਨੇ ਇਸ ਤਰ੍ਹਾਂ ਦੇ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਇਹੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਵੱਡਾ ਮੈਨੂੰ ਲੱਗਦਾ ਹੈ ਕਿ ਜਿਹੜਾ ਖਤਰਾ ਜਾਂ ਕਾਂਗਰਸ ਦੇ ਲਈ ਜਾਂ ਜਿਹੜਾ ਵੱਡਾ ਡਰ ਖਾਰ ਦਾ ਉਹਦਾ ਕਾਰਨ ਇਹੀ ਹੈ ਕਿ ਜਿਸ ਕਿਸਮ ਦੇ ਮਾਡਲ ਦੀ ਗੱਲ ਆਪਾਂ ਬਾਰ-ਬਾਰ ਕਰਦੇ ਆ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਦੇਣਾ ਚਾਹੁੰਦੇ ਸੀਗੇ, ਪੰਜਾਬ ਦੇ ਲਈ ਇੱਕ ਮਾਡਲ ਤਿਆਰ ਕਰਵਾਇਆ ਸੀ, ਉਹਨਾਂ ਨੇ ਕੀਤਾ ਸੀਗਾ ਔਰ ਉਸ ਮਾਡਲ ਨੂੰ ਉਹ ਲਾਗੂ ਕਰਕੇ ਪੰਜਾਬ ਦੇ ਜਾਂ ਚੋਣਾਂ ਦੇ ਵਿੱਚ ਜਾਣਾ ਚਾਹੁੰਦੇ ਸੀਗੇ। ਜਦੋਂ ਉਹ ਨਹੀਂ ਹੋ ਸਕਿਆ, ਕਾਂਗਰਸ ਦੀ ਹਾਈ ਕਮਾਂਡ ਨੇ ਉਸ ਨੂੰ ਲਾਗੂ ਨਹੀਂ ਕੀਤਾ, ਤਾਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਕਾਂਗਰਸ ਦੇ ਪ੍ਰਤੀ ਹੋਣਾ ਹੀ ਹੋਣਾ ਸੀਗਾ। ਸੋ ਉਹ ਮੋਹ ਭੰਗ ਹੋਇਆ ਕਿਉਂਕਿ ਜੇਕਰ ਕਾਂਗਰਸ ਵਰਗੀ ਪਾਰਟੀ ਜਿਹੜੀ ਇਹ ਕਹਿੰਦੀ ਹੈ ਕਿ ਸੈਕੂਲਰ ਪਾਰਟੀਆਂ, ਉਹ ਪਾਰਟੀ ਜਾਤ ਦੇ ਆਧਾਰ ਦੇ ਉੱਤੇ ਵੋਟ ਮੰਗੇ ਔਰ ਧਰਮ ਦੇ ਨਾਂ ਦੇ ਉੱਤੇ ਵੋਟ ਮੰਗਦੀ ਨਜ਼ਰ ਆਵੇ ਪਿਛਲੇ ਦਿਨਾਂ ਦੇ ਵਿੱਚ, ਤਾਂ ਇਦਾਂ ਦੀਆਂ ਪਾਲਿਸੀਆਂ ਬਣਾਉਣ ਦੇ ਵਿੱਚ ਜਿਹੜਾ ਹੈਗਾ, ਚਾਹੇ ਉਹ ਜਾਤ ਆਧਾਰਿਤ ਹੋਣ, ਧਰਮ ਦੇ ਆਧਾਰਿਤ ਹੋਣ, ਪੰਜਾਬ ਦੇ ਲੋਕਾਂ ਨੇ ਇਸ ਨੂੰ ਰਿਜੈਕਟ ਕੀਤਾ ਹੈ। ਇਹ ਜਿਹੜੇ ਸਰਵੇ ਨੇ ਉਹ ਇਹੀ ਦੱਸ ਰਹੇ ਨੇ ਕਿ ਪੰਜਾਬ ਦੇ ਲੋਕ ਕਦੇ ਵੀ ਜਾਤੀ ਪਾਤੀ ਜਾਂ ਧਰਮ ਦੇ ਨਾਂ ਦੇ ਉੱਤੇ ਜਿਹੜੀ ਪੋਲਿਟਿਕਸ ਹੈ, ਕੱਟੜਤਾ ਜਿਹੜੀ ਹੈਗੀ ਹੈ, ਉਹਨੂੰ ਉਹ ਬਰਦਾਸ਼ਤ ਨਹੀਂ ਕਰਦੇ, ਉਹਨੂੰ ਪਸੰਦ ਨਹੀਂ ਕਰਦੇ। ਧਰਮ ਦੇ ਆਧਾਰ ਤੇ ਪੋਲਿਟਿਕਸ ਨੂੰ ਜਿਹੜੀ ਹੈ ਉਹ ਥਾਂ ਹੈ ਨਹੀਂ ਡਾਕਟਰ ਸਾਹਿਬ। ਤਾਂ ਨਾਲ ਹੀ ਨਾਲ ਉੱਧਰ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਫੀਡਬੈਕ ਲਈ ਹੈ ਇਹਨਾਂ ਨਤੀਜਿਆਂ ਦੇ ਬਾਰੇ, ਜਾਂ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਵਾਰ ਸਥਿਤੀ ਸਪਸ਼ਟ ਨਹੀਂ ਹੈ ਕਿਤੋਂ ਵੀ, ਨਵਜੋਤ ਸਿੰਘ ਸਿੱਧੂ ਨੇ ਖੁਦ ਵੀ ਮੰਨਿਆ। ਤੇ ਨਾਲ ਹੀ ਨਾਲ ਉਹਨਾਂ ਨੇ ਕਹਿੰਦੇ ਇਹ ਵੀ ਐਕਸ਼ਨ ਦੇ ਵਿੱਚ ਆਏ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਮੁਹਿੰਮ ਹੈ, ਇੱਕ ਜਿਹੜੀ ਮੁਹਿੰਮ ਨੂੰ ਨਾਮ ਦਿੱਤਾ ਗਿਆ ਕਿ ਡਿਜੀਟਲ ਮੈਂਬਰਸ਼ਿਪ ਨੂੰ ਸ਼ੁਰੂ ਕਰਨ ਦੇ ਲਈ ਕਹਿੰਦੇ ਹਰ ਕੋਨੇ ਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਲਿਜਾਈ ਜਾਵੇ, ਜਿਹੜੀ ਮੈਂਬਰਸ਼ਿਪ ਸ਼ੁਰੂ ਕਰਨੀ ਆ, ਉਹਦੇ ਬਾਰੇ ਵੀ ਚਰਚਾ ਹੋਈ ਹੈ। ਤੇ ਇੱਕ ਪਾਸੇ ਰਿਜ਼ਲਟ ਆਉਣੇ ਨੇ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਜੇ ਮੈਂ ਕਹਿ ਦਾਂ ਕਿ ਮੈਂਬਰਸ਼ਿਪ ਸ਼ੁਰੂ ਕਰਨ ਵਾਲੇ ਪਾਸੇ ਨੂੰ ਤੁਰ ਪਏ ਨੇ। ਤਾਂ ਫਿਰ ਇਹ ਤੋਂ ਸਾਫ਼ ਹੈ ਕਿ ਬੇਸ਼ੱਕ ਰਿਜ਼ਲਟ ਜੋ ਮਰਜ਼ੀ ਹੋਣ, ਸਰਕਾਰ ਬਣੇ ਨਾ ਬਣੇ, ਪਰ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਰਤਾ ਕਿ ਪ੍ਰਧਾਨ ਮੈਂ ਹੀ ਰਹਾਂਗਾ ਤੇ ਉਹਨਾਂ ਨੇ ਆਪਣੀ ਪਾਰਟੀ ਦਾ ਕੰਮਕਾਜ ਜਿਹੜਾ ਸ਼ੁਰੂ ਕਰ ਦਿੱਤਾ। ਇੱਕ ਤਰੀਕੇ ਦੇ ਸੰਕੇਤ ਇਹੀ ਨੇ। ਬਿਲਕੁਲ ਜਿਹੜੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹੀ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਜਿਹੜੀ ਗੱਲ ਕਰ ਰਹੇ ਨੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ, ਉਹ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਕਿਵੇਂ ਜਾਣਾ ਹੈ, ਲੋਕਾਂ ਨੂੰ ਵਲੰਟੀਅਰ ਕਿਵੇਂ ਬਣਾਉਣਾ ਹੈ, ਆਮ ਜਿਹੜੀ ਹੈਗੀ ਆ ਆਪਣੀ ਪਾਰਟੀ ਦੇ ਨਾਲ, ਕਾਂਗਰਸ ਪਾਰਟੀ ਦੇ ਨਾਲ ਕਿਵੇਂ ਜੋੜਨਾ ਹੈ। ਇਹਦੀ ਮੁਹਿੰਮ ਨੂੰ ਉਹ ਚਾਹੇ ਹਾਰਨ ਚਾਹੇ ਜਿੱਤਣ, ਉਹਨਾਂ ਨੇ ਸ਼ੁਰੂ ਕਰਨ ਦੇ ਜਿਹੜੇ ਸੰਕੇਤ ਦਿੱਤੇ ਨੇ, ਉੱਥੋਂ ਹੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਅਗਲੀ ਲੜਾਈ ਦੇ ਲਈ ਤਿਆਰ ਹੋ ਰਹੇ ਨੇ। ਔਰ ਕਿਉਂਕਿ ਪੰਜਾਬ ਦੇ ਵਿੱਚ ਜਾਂ ਆਪਾਂ ਪੂਰੇ ਭਾਰਤ ਦੀ ਗੱਲ ਜਦੋਂ ਕਰਦੇ ਹਾਂ ਤਾਂ ਚੋਣਾਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ। ਅਗਲੇ ਸਾਲ ਹੋਰ ਚੋਣਾਂ ਆ ਜਾਣੀਆਂ ਨੇ, MC ਦੀਆਂ ਚੋਣਾਂ ਆ ਜਾਣੀਆਂ ਨੇ, ਫਿਰ ਪੰਚਾਇਤ ਦੀਆਂ ਚੋਣਾਂ ਆ ਜਾਣੀਆਂ ਨੇ, ਫਿਰ 24 ਦੇ ਵਿੱਚ ਤੁਸੀਂ ਦੇਖੋਗੇ ਕਿ ਲੋਕ ਸਭਾ ਦੀਆਂ ਚੋਣਾਂ ਆ ਜਾਣੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਸਾਰੀਆਂ ਚੋਣਾਂ ਤੁਸੀਂ ਲੜਨੀਆਂ ਨੇ ਔਰ ਬੂਥ ਲੈਵਲ ਤੇ ਤੁਹਾਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੋਏਗਾ ਔਰ ਨਵਜੋਤ ਸਿੰਘ ਸਿੱਧੂ ਉਸ ਨੂੰ ਮਜ਼ਬੂਤੀ ਦੇ ਵੱਲ ਵਧਾਉਣ ਦੀ ਕੋਸ਼ਿਸ਼ ਜਿਹੜੇ ਨੇ ਆਪਣੀ ਪਾਰਟੀ ਨੂੰ, ਕਾਂਗਰਸ ਨੂੰ ਕਰਦੇ ਨਜ਼ਰ ਆ ਰਹੇ ਨੇ। ਸੋ ਉਮੀਦ ਹੈ ਕਿ ਹਾਈ ਕਮਾਂਡ ਜਿਹੜੀ ਉਹਨਾਂ ਦੀ ਮਿਹਨਤ ਦੀ ਕਦਰ ਪਾਏਗੀ ਔਰ ਜਿਹੜਾ ਮਾਡਲ ਉਹਨਾਂ ਨੇ ਤਿਆਰ ਕੀਤਾ ਸੀਗਾ
ਉਸ ਮਾਡਲ ਨੂੰ ਲਾਗੂ ਕਰਨ ਦੇ ਲਈ ਜਿਹੜੇ ਨੇ ਉਹਨਾਂ ਦੇ ਬੇਸ਼ੱਕ ਉਹਨਾਂ ਦੇ ਸੁਪਨੇ ਨੂੰ ਜੇ ਸਰਕਾਰ ਹੀ ਆ ਰਹੀ ਉਹ ਬਿਲਕੁਲ ਮਾਡਲ ਵੀ ਬਿਲਕੁਲ ਕਿਸ ਕੰਮ ਦਾ, ਸਰਕਾਰ ਹੀ ਨਹੀਂ ਜਦੋਂ ਆ ਰਹੀ। ਜੀ, ਪਰ ਹੁਣ ਘੱਟੋ ਘੱਟ ਜੇਕਰ ਵਿਰੋਧੀ ਧਿਰ ਦੇ ਵਿੱਚ ਵੀ ਰਹਿੰਦੀ ਆ ਕਾਂਗਰਸ, ਤਾਂ ਉਹਨਾਂ ਨੂੰ ਉਸ ਮਾਡਲ ਦੇ ਲਈ ਜ਼ਰੂਰ ਲੜਨਾ ਚਾਹੀਦਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਦਾ ਮਤਲਬ ਸਰਕਾਰ ਮੰਨ ਲਓ ਨਹੀਂ ਬਣਦੀ ਤਾਂ ਵੀ ਆਪਣੀ ਜਿਹੜੀ ਲੜਾਈ ਹੈ ਉਸ ਮਾਡਲ ਨੂੰ ਲਾਗੂ ਕਰਾਉਣ ਦੀ, ਉਹ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕੀ ਕਹੇਗਾ ਉਸ ਤੇ ਗੱਲਬਾਤ ਹੋਊਗੀ। ਬਾਕੀ ਚਲੋ ਅਸੀਂ ਤਾਂ ਐਗਜ਼ਿਟ ਪੋਲ ਦੇ ਆਧਾਰ ਤੇ ਕਹਿ ਰਹੇ ਹਾਂ ਕਿ ਸਰਕਾਰ ਆਉਂਦੀ ਨਜ਼ਰ ਨਹੀਂ ਆ ਰਹੀ, ਬਾਕੀ ਫਾਈਨਲ ਰਿਜ਼ਲਟ ਤਾਂ ਜਿਹੜਾ 10 ਮਾਰਚ ਨੂੰ ਪਰ ਦੇਖੋ ਐਗਜ਼ਿਟ ਪੋਲ ਘੱਟੋ ਘੱਟ ਉਹਨਾਂ ਨੂੰ ਵਿਰੋਧੀ ਧਿਰ ਤਾਂ ਦਿਖਾਈ ਰਿਹਾ ਨਾ ਕਿ ਵੱਡੀ ਇੱਕ ਵਿਰੋਧੀ ਧਿਰ ਦੇ ਤੌਰ ਤੇ ਤਾਂ ਕਾਂਗਰਸ ਰਹੇਗੀ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਰੋਧੀ ਧਿਰ ਦਾ ਮਕਸਦ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ, ਆਪਣੀਆਂ ਡਿਮਾਂਡਸ ਨੇ, ਆਪਣਾ ਮਾਡਲ ਹੈ, ਉਹਨੂੰ ਤੁਸੀਂ ਜਿਹੜੀ ਸੱਤਾ ਦੇ ਵਿੱਚ ਧਿਰ ਹੈ ਉਹਦੇ ਤੋਂ ਲਾਗੂ ਕਰਵਾਓ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉੱਥੇ ਵੀ ਆਪਾਂ ਕਹਿ ਸਕਦੇ ਹਾਂ ਕਿ ਵੱਧ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸੁਖਵਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਦੇ ਉੱਪਰ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।